ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਿਤ ਆਨੰਦ ਪਰਮਾਤਮਾ ਦੇ ਪੁਰੀ ਬਸੰਤਾ ਸ਼ਾਹਪੁਰ ਸਾਹਿਬ ਸ਼੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ਿਆ ਜੋ ਵੀ ਪਰਮੇਸ਼ਰ ਦੇ ਪਿਆਰੇ ਸਮੂਹ ਮਾਈ ਭਾਈ ਆਪ ਜੀ ਸਮੇਂ ਦਾ ਲਾਹਾ ਲੈਂਦੇ ਹੋਏ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ। ਸਭ ਧੰਨ ਭਾਗੀ ਹੋ, ਵੱਡਿਆਂ ਕਰਮਾਂ ਵਾਲਿਓ। ਸੁਆਓ ਜਿਤਨਾ ਸਮਾਂ ਸਤਿਗੁਰੂ ਬਖਸ਼ਦੇ ਆ। ਯਤਨ ਕਰੀਏ ਪ੍ਰੇਮੀਓ ਮਹਾਰਾਜ ਦੇ ਚਰਨਾਂ 'ਚ ਮਨ ਕਰਕੇ ਜੁੜੀਏ। ਲੜੀਵਾਰ ਕਥਾ ਵਿਚਾਰ ਜੋ ਬਖਸ਼ੀ ਹੈ ਉਹਨੇ ਅੰਦਰ ਵਸਾਈਏ। ਆਪਣੇ ਜੀਵਨ 'ਚ ਮਹਾਰਾਜ ਦੇ ਬਚਨਾਂ ਨੂੰ ਲਾਗੂ ਕਰੀਏ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਗੁਰੂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਪੂਰਾ ਸਤਿਗੁਰ ਜੀ ਮਿਲੈ ਪਾਈਐ ਸਰਬ ਸਭ ਦੇ ਨਿਦਾਨ ਪਾਈਐ ਸਭ ਦੇ ਨਿਦਾਨ। ਮਹਾਰਾਜ ਕਹਿੰਦੇ ਭਾਈ ਜੇਕਰ ਪੂਰਾ ਸਤਿਗੁਰੂ ਮਿਲ ਜੇ ਨਾ, ਪ੍ਰਾਪਤ ਹੋ ਜੇ, ਅਧੂਰੇ ਬੜੇ ਨੇ। ਪੂਰਾ ਕੌਣ ਹੈ? ਜਿਹੜਾ ਖੁਦ ਪੂਰਾ ਹੈ। 6 ਲੱਛਣ ਨੇ ਪੂਰਿਆਂ ਦੇ। ਦਵੈਸ਼, ਅਪਰਾਈ ਨਿੰਦਿਆ, ਚੁਗਲੀ, ਪਰਾਏ ਹੱਕ, ਨੇਤਰਾਂ ਤੋਂ ਗਲਤ ਨਾ ਵੇਖਣਾ, ਗਲਤ ਨਾ ਬੋਲਣਾ, ਪੂਰਿਆਂ ਦੇ ਗੁਣ। ਕਹਿੰਦੇ ਜੇਕਰ ਪੂਰਾ ਸਤਿਗੁਰ ਮਿਲ ਜਾਏ ਤਾਂ ਉਹਨਾਂ ਕੋਲੋਂ ਸ਼ਬਦ ਉਪਦੇਸ਼ ਰੂਪੀ ਨਿਧਾਨ ਕੀਏ ਖਜ਼ਾਨਾ ਉਹ ਪ੍ਰਾਪਤ ਹੁੰਦਾ ਹੈ। ਖਜ਼ਾਨਾ ਕਦੋਂ ਮਿਲ ਜਾ ਜੀ? ਪੂਰਾ ਸ਼ਬਦ ਦਾ ਅਧਿਆਤਮਿਕ ਗਿਆਨ ਜਿਹੜਾ ਵਾ ਉਹ ਜਦੋਂ ਗੁਰੂ ਪੂਰਾ ਮਿਲਦਾ। ਦ੍ਰਿਸ਼ਟਾਂਤ ਕੀ ਹੈ? ਪੂਰਾ ਕਹੀਏ, ਪੂਰਾ ਗੁਰੂ ਮਿਲਾ। ਮਿਲਾ ਦਾ ਦ੍ਰਿਸ਼ਟਾਂਤ
ਪੂਰੇ ਸਤਿਗੁਰਾਂ ਦੁਆਰਾ ਹੀ ਨਾਮ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਆ, ਅਧੂਰੇ ਤੋਂ ਨਹੀਂ ਹੋਏਗੀ। ਜੋ ਇੱਕ ਚੰਗੇ ਮਲਾਹ ਦੀ ਨਿਆਈ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ ਸਾਰੇ। ਇੱਕ ਦਿਨ ਅਸੀਂ ਭਵ ਸਾਗਰ ਦੇ ਵਿੱਚੋਂ ਲੰਘਣਾ। ਜੇ ਤਾਂ ਕਿਸੇ ਚੰਗੇ ਮਲਾਹ ਦੀ ਬੇੜੀ 'ਚ ਚੜ੍ਹ ਗਏ, ਚੰਗਾ ਮਲਾਹ, ਉਹ ਤਾਂ ਪਾਰ ਲੰਘਾਏਗਾ। ਜੇ ਚੰਗਾ ਨਹੀਂ, ਉਹ ਖੁਦ ਵੀ ਡੁੱਬੇਗਾ, ਦੂਜੇ ਨੂੰ ਵੀ ਡੁੱਬੂ। ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਇੱਕ ਮਲਾਹ ਜਿਹੜਾ ਖੁਦ ਅੰਨ੍ਹਾ ਹੈ, ਗੁਰੂ ਜਿਨ ਕਾ ਅੰਧਲਾ ਚੇਲੇ ਨਾਹੀ ਠਾਓ। ਜਿਨ੍ਹਾਂ ਦਾ ਗੁਰੂ ਅੰਧਾ ਹੈ, ਥਾਂ ਚੇਲਿਆਂ ਨੂੰ ਵੀ ਨਹੀਂ ਮਿਲਦੀ। ਉਹ ਖੁਦ ਤਾਂ ਡੁੱਬਦਾ ਹੈ, ਚੇਲਿਆਂ ਨੂੰ ਵੀ ਡੁੱਬਦਾ ਨਾਲੇ। ਜਿਹਦਾ ਮਲਾਹ ਇੱਕ ਅੰਨ੍ਹਾ ਹੈ, ਜਿਹਨੂੰ ਆਪ ਤਾਂ ਦੂਸਰਾ ਕਿਨਾਰਾ ਦੀਂਦਾ ਨਹੀਂ, ਗਿਆਨ ਨਹੀਂ ਵੀ ਕਿੱਥੇ ਗਾ ਕਿਨਾਰਾ, ਕਿਵੇਂ ਲੱਗਾਂਗੇ ਉਹਤੇ ਕੋਲ, ਉਹ ਕਿਸੇ ਨੂੰ ਕੋਈ ਪਾਰ ਲੰਘਾਏਗਾ। ਤੇ ਇੱਕ ਮਲਾਹ ਪਿੰਗਲਾ ਨਕਾਰਾ ਹੈ, ਜੋ ਦੇਖਦਾ ਤਾਂ ਹੈ, ਦੀਂਦਾ ਤਾਂ ਹੈ ਉਹਨੂੰ, ਪਰ ਚੱਲ ਨਹੀਂ ਸਕਦਾ ਖੁਦ। ਹੁਣ ਜਿਹਦਾ ਖੁਦ ਹੀ ਨਹੀਂ ਪਾਰ ਲੰਘ ਸਕਦਾ, ਜਾ ਸਕਦਾ, ਦੂਜਿਆਂ ਨੂੰ ਕਿਆ ਲਾਏਗਾ। ਤੇ ਇੱਕ ਸੁਜਾਖਾ ਤੇ ਪੂਰਨ ਮਲਾਹ ਜਿਹੜਾ ਹੁੰਦਾ ਹੈ, ਜੋ ਚੰਗਾ ਤਾਰੂ ਹੁੰਦਾ ਹੈ, ਜੋ ਆਪ ਵੀ ਤਰਨਾ ਜਾਣਦਾ ਹੈ ਤੇ ਦੂਜਿਆਂ ਨੂੰ ਵੀ ਪੂਰ ਭਰ ਭਰ ਕੇ ਪਾਰ ਕਰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਅੰਧਾ ਗੁਰੂ ਹੈ ਨਾ, ਅੰਨਾ, ਜੋ ਆਪ ਤਾਂ ਕੁਝ ਸੁਣਾ ਨਹੀਂ ਸਕਦਾ, ਨਾ ਸੁਣ ਸਕਦਾ ਹੈ, ਨਾ ਸੁਣਾ ਸਕਦਾ ਹੈ, ਜਾਣਦਾ ਨਹੀਂ ਕੁਛ, ਪਰ ਦੂਜੇ ਨੂੰ ਦੱਸਦਾ ਹੈ, ਨਾ ਹੀ ਦੂਜੇ ਨੂੰ ਕਿਸੇ ਨੂੰ ਦੱਸ ਸਕਦਾ ਹੈ ਅਸਲ ਗਿਆਨ। ਐਸੇ ਅਵਧੂਤ ਗੁਰੂ ਵੀ ਨੇ। ਇੱਕ ਪਿੰਗਲੇ ਗੁਰੂ ਨੇ, ਜੋ ਸਿਰਫ ਕਿਤਾਬੀ ਗਿਆਨ ਜਾਣਦੇ ਨੇ, ਕਿਤਾਬੀ ਗਿਆਨ, ਪਰ ਆਪ ਉਸ ਮਾਰਗ ਤੇ ਕਦੇ ਚੱਲੇ ਨਹੀਂ। ਭਾਵ ਆਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਖੈ ਰੇਤ। ਗਿਆਨ ਬੜਾ ਹੈ, ਲੋਕਾਂ ਨੂੰ ਬੜਾ ਮੇਰੇ ਵਰਗਾ ਮੱਤਾਂ ਦਿੰਦਾ ਹੈ, ਆਪ ਕਦੇ ਉਸ ਉਪਦੇਸ਼ ਨੂੰ, ਉਸ ਗਿਆਨ ਨੂੰ ਕਦੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ, ਅਪਲਾਈ ਨਹੀਂ ਕੀਤਾ ਜੀ। ਆਪ ਤਾਂ ਕਦੇ ਵਰਤੀ ਨਹੀਂ ਉਹ ਚੀਜ਼ ਨੂੰ। ਬੜਾ ਕੁਛ ਹੁੰਦਾ ਸੰਸਾਰ 'ਚ, ਦਵਾਈਆਂ ਬੂਟੀਆਂ, ਹੋਰ ਬੜਾ ਸਾਧਨ ਹੈ, ਵਸਤੂਆਂ ਬਣਦੀਆਂ, ਬਣਾ ਲੈਂਦੇ ਆ ਲੋਕ। ਆਪ ਨਹੀਂ ਯੂਜ ਕਦੇ ਕੀਤਾ, ਦੂਜੇ ਨੂੰ ਕਹਿਣਗੇ, ਆਪਣੇ ਤੇ ਅਪਲਾਈ ਨਹੀਂ। ਇਹ ਸਮਝਣਾ ਹੈ। ਕਿਤਾਬੀ ਗਿਆਨ ਬੜਾ ਜਾਣਦੇ ਆ, ਪਰ ਉਸ ਮਾਰਗ ਤੇ ਆਪ ਨਹੀਂ ਕਦੇ ਚੱਲੇ। ਉਹ ਹੋਰ ਕਿਸੇ ਨੂੰ ਕੀ ਪਾਰ ਕਰਨਗੇ। ਉਹ ਸਾਧਨਾ ਰੂਪੀ ਪੈਰਾਂ ਤੋਂ ਹੀਣੇ ਨੇ, ਪਰ ਤੀਜੇ ਪੂਰਨ ਬ੍ਰਹਮ ਨੇਸ਼ਟੀ ਤੇ ਬ੍ਰਹਮ ਸਰੋਤਰੀ ਗੁਰੂ ਹਨ, ਜੋ ਆਪ ਬ੍ਰਹਮ ਗਿਆਨੀ ਹੁੰਦੇ ਨੇ ਤੇ ਹੋਰਨਾਂ ਨੂੰ ਵੀ ਗਿਆਨ ਦੇ ਬੇੜੇ 'ਚ ਚੜ੍ਹਾ ਕੇ ਭਵ ਸਾਗਰ ਤੋਂ ਪਾਰ ਕਰ ਦਿੰਦੇ ਆ। ਉਹ ਸਿੱਖਾਂ ਦੇ ਸੰਸੇ ਮੇਟ ਕੇ ਸਰਵਣ ਮੰਨਣ ਅਧਿਆਸਣ ਦੀਆਂ ਜੁਗਤੀਆਂ ਜਿਹੜੀਆਂ ਨੇ, ਉਹ ਜੁਗਤੀਆਂ ਦੁਆਰਾ ਆਪਣੇ ਗਿਆਨ ਰੂਪੀ ਬੇੜੇ ਤੇ ਚੜ੍ਹਾ ਕੇ ਜੀਵਾਂ ਨੂੰ ਪਾਰ ਕਰਦੇ ਹਨ। ਐਸੇ ਸ੍ਰੇਸ਼ਟ ਮਲਾਹ ਕੌਣ ਨੇ ਜੀ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ ਵਿਕਾਰਾਂ ਤੋਂ ਰਹਿਤ ਜੀਵਨ ਜਿਉਂ ਕੇ ਮਨੁੱਖਤਾ ਦਾ ਉਧਾਰ ਕੀਤਾ ਹੈ। ਬੜੀਆਂ ਇੰਦਰ ਦੀਆਂ ਪਰੀਆਂ ਆਈਆਂ, ਪਸ਼ਰਾਂ ਆਈਆਂ,
बड़े नाच गाने कीते महाराज दे सामने कि इन्हां दे ईमान तो धर्म तो हिलाइए, डेगीए थले, ध्यान हिलाइए। पर गुरमुखो नानक कौन है? नानक नाम निरंजन जानो। आम जा बंदा थोड़ी सी कोई हो, वो तो शब्द रूप ने, शब्द नूं कौन लुटूगा? क्योंकि ਜਿਹੜੇ खुद गुरु वो परमेश्वर की जोत ने, खुद निरंकार ने, जिन्हां दे रोम रोम दे विच रब वसदा है। फिर ना वो मरे ना ठागे जाहे, जिनके राम वसै मन माहे। जिन्हां दे अंदर रब वस गया, ना वो मरदे ना ठगे जाते आ। विकारां ने बड़ा जोर लाया भी ठग लीए, गुरु नानक नूं छल लईए। पर गुरु नानक ने माया नूं छल लिया, उन्होंने छल लिया। ऐसे गुरु नानक ने जिहड़े भव सागर तो पार करदे आ, जिन्हां ने विकारां तो ਰਹਿਤ ਹੋ ਕਰਕੇ ਜੀਵਨ ਜਿਉਿਆ, ਮਨੁੱਖਤਾ ਦਾ ਉਧਾਰ ਕੀਤਾ। ਪਰ ਬਹੁਤ ਸਾਰੇ ਅਧੂਰੇ ਗੁਰੂ ਵੀ ਹੋਏ ਜੋ ਗਿਆਨਤਾ ਜਾਣਦੇ ਨੇ, ਪਰ ਆਪ ਕਮਾਇਆ ਨਹੀਂ ਹੁੰਦਾ ਕਦੇ। ਗਿਆਨ ਬੜਾ ਹੈ ਪਰ ਆਪ ਨਹੀਂ ਕਦੇ ਕਮਾਇਆ। ਜਿਵੇਂ ਵਸ਼ਿਸ਼ਟ ਮੁਨੀ ਜੀ ਹੋਏ ਨੇ, ਵਸ਼ਿਸ਼ਟ ਮੁਨੀ ਰਿਸ਼ੀ, ਨੁਕਤਾ ਚੀਨੀ ਨਹੀਂ, ਇੱਕ ਸਮਝਣ ਦਾ ਨੁਕਤਾ ਹੈ। ਵਸ਼ਿਸ਼ਟ ਮੁਨੀ ਗਿਆਨ ਬੜਾ ਸੀ ਉਹਨੂੰ, ਵਸ਼ਿਸ਼ਟ ਮੁਨੀ ਨੂੰ ਕਹਿੰਦੇ, ਵਸ਼ਿਸ਼ਟ ਮੁਨੀ ਨੂੰ ਬੜਾ ਗਿਆਨ ਸੀ। ਵਿਸ਼ਵਾਮਿੱਤਰ ਨਾ, ਵਿਸ਼ਵਾਮਿੱਤਰ ਉਹ ਵੀ ਰਿਸ਼ੀ ਹੋਏ, ਉਹ ਮਿਲਣ ਆਇਆ ਉਹਨੂੰ, ਵਸ਼ਿਸ਼ਟ ਮੁਨੀ ਨੂੰ। ਜਦੋਂ ਉਹ ਮਿਲਣ ਆਇਆ, ਉਹਨੇ ਕਹਿਤਾ ਵੀ ਆਓ ਰਾਜ ਰਿਸ਼ੀ ਜੀ। ਪਦਵੀਆਂ ਨੇ, ਜਿਵੇਂ ਭਾਈ ਸਾਹਿਬ, ਬਾਬਾ ਜੀ, ਸੰਤ ਜੀ, ਗਿਆਨੀ, ਬ੍ਰਹਮ ਗਿਆਨੀ, ਕੁਛ ਵੀ ਲਾਓ। ਛੋਟੇ ਤੋਂ ਉੱਪਰ ਵੱਡੇ ਨੂੰ ਅਵਸਥਾ, ਪਦਵੀਆਂ, ਸਤਿਕਾਰ ਦੇਣਾ। ਇੱਕ ਛੋਟਾ ਅਫਸਰ ਹੁੰਦਾ, ਇੱਕ ਵੱਡਾ ਅਫਸਰ ਹੁੰਦਾ ਹੈ। ਉਹਨੇ ਉਹਨੂੰ ਛੋਟਾ ਕਹਿਤਾ ਰਾਜ ਰਿਸ਼ੀ। ਉਹ ਕਹਿੰਦਾ ਮੈਨੂੰ ਰਾਜ ਰਿਸ਼ੀ ਕਿਉਂ ਕਿਹਾ, ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ? ਵਿਸ਼ਵਾਮਿੱਤਰ ਕਹਿੰਦਾ ਗਿਆਨ ਬੜਾ ਸੀਗਾ। ਉਹ ਕਹਿੰਦਾ ਰਾਜ ਰਿਸ਼ੀ ਕਿਹਾ, ਬ੍ਰਹਮ ਰਿਸ਼ੀ ਨਹੀਂ ਕਿਹਾ ਮੈਨੂੰ। ਇੰਨੀ ਕੁ ਗੱਲ ਦੇ ਵਿੱਚ ਹੀ ਗੁੱਸੇ ਹੋ ਗਿਆ ਵਿਸ਼ਵਾਮਿੱਤਰ। ਤੇ ਉਹ ਵਸ਼ਿਸ਼ਟ ਮੁਨੀ ਨੂੰ ਕਿਆ ਕੀਤਾ ਨਾ ਜੀ, ਸ਼ਰਾਪ ਦੇ ਤਾ। ਉਹਦਾ 100 ਪੁੱਤ ਸੀ ਵਸ਼ਿਸ਼ਟ ਮੁਨੀ ਦਾ। ਕਹਿੰਦਾ ਤੇਰਾ 100 ਪੁੱਤੇ ਮਰ ਜੇ। ਉਹਦਾ 100 ਦਾ 100 ਪੁੱਤਰ ਮਰ ਗਿਆ ਵਸ਼ਿਸ਼ਟ ਮੁਨੀ ਦਾ। ਪਿੱਛੇ ਵਿਚਾਰਿਆ ਸੀ ਨਾ ਆਪਾਂ ਸਤਿਗੁਰਾਂ ਦੇ ਬਾਜਾਂ ਵਾਲੇ ਦੇ ਜੀਵਨ ਦੇ ਵਿੱਚ ਕਿ 100 ਪੁੱਤ मरे वशिष्ठ मुनि ज्ञानी जी के, तन पत्थर बांध तन ब्यासरी में डारा है। ज्ञान नहीं होया, 100 पुत मर गए। उन्हें श्राप देता विश्वामित्र ने भी तेरे 100 ਦੇ 100 ਪੁੱਤ ਮਰ ਜਾਣ। ਇੰਨੀਆਂ ਗੱਲਾਂ 'ਚੋਂ ਗੁੱਸੇ ਹੋ ਜਾਂਦੇ ਸੀ। ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ, ਰਾਜ ਰਿਸ਼ੀ ਕਿਉਂ ਕਿਹਾ? ਵੀ ਛੋਟਾ ਕਹਿ ਦਿੱਤਾ, श्राप ਦੇਤਾ, 100 ਪੁੱਤ ਮਰ ਗਏ ਉਹਦੇ। 100 ਪੁੱਤ ਜਦੋਂ ਮਰਿਆ ਨਾ ਵਸ਼ਿਸ਼ਟ ਮੁਨੀ ਦਾ, ਉਹ ਆਪ ਵੀ ਉਹ ਤਨ ਪੱਥਰ ਬੰਨ੍ਹ ਤਨ ਬਿਆਸ ਦੀ ਮੈਂ ਡਰ ਹੈ। ਪੱਥਰ ਬੰਨ੍ਹ ਕੇ ਨਾ ਬਿਆਸ ਦਰਿਆ ਵਿੱਚ ਡਿੱਗ ਗਿਆ ਕਿ ਮੈਂ ਡੁੱਬੂ। ਉਹਨੇ ਡੁੱਬਿਆ ਨਹੀਂ, ਉੱਪਰ ਫਿਰੇ ਤੈਰਦਾ, ਸਮਾਂ ਨਹੀਂ ਸੀ। ਪੱਥਰ ਬੰਨ੍ਹ ਲਿਆ ਵੀ ਡੁੱਬ ਜਾ। ਉਹ ਫਿਰ ਬਿਆਸ 100 ਹਿੱਸੇ ਹੋ ਗਏ। ਸਤਦਰਬ ਵੀ ਕਹਿੰਦੇ ਵੀ 100 ਹਿੱਸੇ। ਉਹਦੇ 100 ਹਿੱਸੇ ਬਣ ਗਏ। ਸੁੱਕ ਗਿਆ ਜੀ ਪਾਣੀ, ਉਹਨੇ ਡੋਬਿਆ ਹੀ ਨਹੀਂ, ਫਟ ਗਿਆ, ਡੋਬਿਆ ਨਹੀਂ ਉਹਨੂੰ। ਗਿਆਨ ਨਹੀਂ ਹੋਇਆ, ਅਧੂਰਾ ਗੁਰੂ ਭਾਵ ਗਿਆਨ ਬੜਾ। ਗ੍ਰੰਥ ਲਿਖ ਦਿੱਤੇ, ਗ੍ਰੰਥ ਲਿਖੇ, ਪਰ ਵਸ਼ਿਸ਼ਟ ਮੁਨੀ ਪਤਾ ਕੌਣ ਸੀਗਾ? ਰਾਮਚੰਦਰ ਦਾ ਗੁਰੂ। ਤ੍ਰੇਤੇ ਦੇ ਅਵਤਾਰ ਰਾਮਚੰਦਰ ਭਗਵਾਨ ਦਾ ਗੁਰੂ ਸੀ ਉਹ। ਗਿਆਨ ਬੜਾ, ਜੀਵਨ 'ਚ ਕਦੇ ਅਪਲਾਈ ਨਹੀਂ ਕੀਤਾ। 100 ਪੁੱਤ ਮਰ ਗਏ। ਪੁੱਤਾਂ ਦੇ ਵਿਜੋਗ 'ਚ ਅੰਨਾ ਹੋ ਗਿਆ, ਮੈਂ ਨਹੀਂ ਜਿਉਂਦਾ ਰਹਿ ਸਕਦਾ, ਮਰੂੰਗਾ
ਫਿਰ ਸਾਧ ਸੰਗਤ ਜੀ ਦਰਿਆ 'ਚ ਡੁੱਬ ਕੇ ਮਰਨ ਲਈ ਤਿਆਰ ਹੋ ਗਏ। ਤੇ ਦੂਜੇ ਪਾਸੇ ਐਸਾ ਕੋਈ ਜਹਾਨ ਉੱਤੇ ਆਇਆ ਨਹੀਂ ਉਹ ਖਾਲਸਾ ਜੀ, ਚਾਰੇ ਪੁੱਤ ਵਾਰ ਕੇ ਵੀ ਸ਼ੁਕਰ ਗੁਜ਼ਾਰਾ। ਚਾਰ ਪੁੱਤ ਅੱਖਾਂ ਦੇ ਸਾਹਮਣੇ, ਦੋ ਸਰਹੰਦ ਦੀ ਨੀਂਹ ਦੇ ਵਿੱਚ ਦਸ਼ਮੇਸ਼ ਪਿਤਾ ਮਹਾਰਾਜ ਸਰਬੰਸ ਵਾਰ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਕੀ ਉਪਦੇਸ਼ ਹੈ ਮਹਾਰਾਜ ਦਾ? ਪੂਰਾ ਗੁਰੂ ਜਿਹੜਾ ਹੁੰਦਾ, ਪੂਰੇ ਦੀ ਗੱਲ ਕਰਨੇ ਆਪਾਂ, ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਤੁਧ ਬਿਨ ਰੋਗ ਰਜਾਈਆਂ ਦਾ, ਉੱਡਣ ਨਾਗ ਨਿਵਾਸਾਂ ਦੇ, ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ, ਇੱਤੇ ਜਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ। ਕਹਿੰਦੇ ਆ ਹਾਲ ਹੈ ਮੁਰੀਦਾਂ ਦਾ, ਕਹਿਣਾ ਉਸ ਪਰਮੇਸ਼ਰ ਨੂੰ, ਰੱਬ ਨੂੰ। ਕੀ ਕਿ ਰੱਬਾ ਤੇਰੀ ਯਾਦ ਤੋਂ ਬਿਨਾਂ ਨਾ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਆ ਮੇਰਾ ਰੁਝਾਈਆਂ 'ਚ ਸੌਣਾ, ਮਖਮਲੀ ਗੱਦਿਆਂ 'ਤੇ ਪੈਣਾ, ਆਨੰਦ ਮਾਣਨਾ ਸੰਸਾਰ 'ਚ ਰਹਿ ਕਰਕੇ ਘਰਾਂ 'ਚ, ਉਹ ਕੀ ਹੈ? ਜਿਵੇਂ ਸੱਪਾਂ ਦੇ ਨਾਲ ਸੌਣਾ ਹੋਵੇ ਨਾ, ਉਹ ਚੀਜ਼ ਆ। ਤਾਂ ਜਿਹੜਾ ਮੇਰਾ ਖਾਣਾ ਦਾਣਾ ਸੂਲ ਸੁਰਾਹੀ, ਸੂਲਾਂ ਵਾਂਗੂ ਚੁੱਭਦੀ ਆ ਉਹ ਸੁਰਾਹੀ ਜੱਗ ਮੱਗ ਬਰਤਨ ਜਿਹਦੇ ਨਾਲ ਕੋਈ ਜਲ ਪਾਣੀ ਛਕਾਇਆ ਜਾਂਦਾ ਹੈ, ਤੇ ਖੰਜਰ ਪਿਆਲਾ, ਤੇ ਜਿਹਦੇ ਨਾਲ ਪੀਣਾ ਮੈਂ, ਉਹ ਪਿਆਲਾ ਪੀਣਾ ਮੇਰਾ ਛਕਣਾ, ਉਹ ਮੈਨੂੰ ਖੰਜਰ ਵਾਂਗ ਚੁੱਭਦਾ। ਖੰਜਰ ਦੇ ਦੋਏ ਪਾਸੇ ਦੰਦੇ ਹੁੰਦੇ ਆ। ਤੇ ਵਿੰਗ ਕਸਾਈਆਂ ਦਾ ਸਹਿਣਾ, ਉਹ ਜਿਵੇਂ ਕਸਾਈਆਂ ਦਾ ਵਿੰਗ ਵੇਖਿਆ ਨਾ ਜੀ, ਸੂਰ ਨੂੰ ਜਾਂ ਕਿਸੇ ਹੋਰ ਜਾਨਵਰ ਨੂੰ ਉਹ ਮਾਰਦੇ ਆ, ਉਹਦੇ ਵੱਖੀ ਵਿੱਚ ਦੀ ਚੋਭਦੇ ਆ, ਅੰਦਰ ਗੱਡਦੇ ਆ, ਉਹਦੇ ਜ਼ੋਰ ਨਾਲ ਸੱਟ ਵੱਜਦੀ ਆ, ਜਦੋਂ ਚੀਕਾਂ ਨਿਕਲਦੀਆਂ ਨੇ ਉਹਦੀਆਂ, ਸੂਰ ਦੀਆਂ, ਜਾਨਵਰ ਦੀਆਂ, ਕਿੱਥੇ ਤੱਕ ਚੀਕਾਂ ਉਹਦੀਆਂ ਜਾਂਦੀਆਂ ਨੇ, ਅਸਮਾਨ ਨੂੰ ਚੀਰਦੀਆਂ ਨੇ। ਉਹ ਅਵਸਥਾ ਹੈ ਜੀ ਨਾਮ ਤੋਂ ਬਿਨਾਂ। ਵਿੰਗ ਕਸਾਈਆਂ ਦਾ ਸਹਿਣਾ ਰੱਬ ਜੀ, ਤੇਰੀ ਯਾਦ ਤੋਂ ਬਿਨਾਂ ਉਹ ਕਸਾਈਆਂ ਦਾ ਵਿੰਗ ਸਹਿਣ ਦੇ ਬਰਾਬਰ ਹੈ। ਉਹ ਫਿਰ ਤੜਫ ਕੇ ਮਰਦਾ ਜੀ। ਉਹ ਦੇਖਿਆ ਹੋਏਗਾ ਕਈਆਂ ਨੇ, ਕਈ ਕਰਦੇ ਹੋਣਗੇ ਕੰਮ ਐਸੇ, ਕਸਾਈ ਜਿਹੜੇ ਵਿੰਗ ਨਾਲ ਉਹ ਜਾਨਵਰ ਨੂੰ, ਪਸ਼ੂ ਨੂੰ ਮਾਰਦੇ ਆ, ਕਿਵੇਂ ਉਹਦੀ ਫਿਰ ਤੜਫ ਕੇ ਜਾਨ ਨਿਕਲਦੀ ਆ। ਤੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਐ ਪ੍ਰਮਾਤਮਾ ਜੀ, ਤੇਰੀ ਰਜਾ ਵਿੱਚ ਆਇਆ ਹੋਇਆ ਨਾ ਸੱਥਰ ਚੰਗਾ ਹੈ। ਆ ਜਿਹੜੀਆਂ ਖੁਸ਼ੀਆਂ ਨੇ, ਆਨੰਦ ਮੰਗਲ ਨੇ ਸੰਸਾਰ ਦੇ, ਇਹ ਭੱਠੀ 'ਚ ਪੈਣ, ਅੱਗ ਲੱਗੇ ਨਾ ਖੁਸ਼ੀਆਂ ਨੂੰ, ਜੇ ਤੂੰ ਮੇਰੇ ਅੰਦਰੋਂ ਭੁੱਲ ਗਿਆ। ਇੱਕ ਪਾਸੇ ਉਹ ਗਿਆਨ ਵੰਡਣ ਵਾਲਾ ਗਿਆਨ ਬੜਾ ਹੈ, ਪਰ ਅਪਲਾਈ ਨਹੀਂ ਕਦੇ ਕੀਤਾ। ਇੱਕ ਪਾਸੇ ਦਸ਼ਮੇਸ਼ ਪਿਤਾ, ਪੂਰਾ ਗੁਰੂ, ਚਾਰੇ ਪੁੱਤ ਵਾਰ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ। ਮੈਂ ਨਹੀਂ ਕੀਤਾ, ਮੈਂ ਪੁੱਤ ਵਾਰੇ। ਕਿਹਾ ਕੀ ਹੈ ਜੀ? ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸਾ। ਐਸਾ ਗੁਰੂ ਕਿਹੜਾ ਲੱਭੂ? ਫਿਰ ਐਸੇ ਗੁਰੂ ਦਾ ਦੁਆਰਾ ਛੱਡ ਕੇ ਬੰਦਾ ਕਰਾਹੇ ਜਾਵੇ ਨਾ ਜੀ, ਥਾਂ ਤੇ ਨੱਕ ਰਗੜੇ ਜਾ ਕੇ, ਲਾਹਨਤ ਹੈ। ਬਹੁਤ ਵੱਡੇ ਕਰਮ ਨੇ ਸਿੱਖਾਂ ਦੇ ਘਰ ਵਿੱਚ ਜਨਮ ਹੋਣਾ, ਬਹੁਤ ਵੱਡੇ ਕਰਮ। ਆਪਣੇ ਪਿਓ ਨੂੰ ਕਹਿਣਾ ਚੰਗਾ ਨਹੀਂ ਲੱਗਿਆ, ਘਰ ਦਾ ਪਿਤਾ ਬਾਪ, ਹੋਰ ਕਿਧਰੇ ਜਾਈ ਜਾਂਦਾ। ਘਰ 'ਚ ਆਪਣੇ ਪਿਤਾ ਦਾ ਸਤਿਕਾਰ ਕਰੀਏ ਜੀ ਆਪਾਂ। ਤੇ ਭਾਵ ਪੂਰਾ ਨਾ, ਉਹ ਤੁਹਾਨੂੰ ਵੀ ਪੂਰਾ ਕਰੂ। ਜਿਹੜਾ ਖੁਦ ਅਧੂਰਾ ਹੈ, ਖੁਦ ਸਰੀਰਾਂ 'ਚ ਫਸਿਆ, ਉਹਨੇ ਦੂਜਿਆਂ ਨੂੰ ਕਿਆ ਤਾਰਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੇ ਪਾਤਸ਼ਾਹ ਜੀ ਸਭ ਕੁਛ ਵਾਰ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਕਿ ਰੱਬ ਜੀ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ, ਇਸ ਕਰਕੇ ਐ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰਾ ਲੱਖ ਲੱਖ ਵਾਰ ਸ਼ੁਕਰਾਨਾ, ਕੋਟਾਨ ਕੋਟ ਵਾਰ ਧੰਨਵਾਦ ਹੈ। ਐਸੇ ਪੂਰੇ ਸਤਿਗੁਰੂ ਜੀ ਮਿਲ ਜਾਣ
ਤਾਂ ਹੀ ਸ਼ਬਦ ਦਾ ਖਜ਼ਾਨਾ ਪਾਈਂਦਾ ਪ੍ਰੇਮੀਓ। ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰੀਏ ਕਿ ਐ ਪ੍ਰਮਾਤਮਾ ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ। ਐ ਰੱਬ ਜੀ, ਆਪ ਜੀ ਮਿਹਰ ਕਰੋ, ਕਿਰਪਾ ਕਰੋ, ਦਇਆ ਕਰੋ ਸਾਡੇ ਤੇ, ਦ੍ਰਿਸ਼ਟੀ ਮਿਹਰ ਦੀ ਨਜ਼ਰ ਕਰੋ ਸਾਡੇ ਉੱਪਰ ਕਿ ਅਸੀਂ ਵੀ ਗੁਰਾਂ ਦੁਆਰਾ ਆਪ ਦੇ ਅੰਮ੍ਰਿਤ ਰੂਪੀ ਨਾਮ ਨੂੰ ਜਪੀਏ, ਧਿਆਉਣਾ ਕਰੀਏ ਤੇ ਜਨਮ ਮਰਨ ਦੁੱਖ ਕਾਟੀਐ, ਲਾਗੈ ਸਹਿਜ ਧਿਆਨ। ਆਪ ਕਿਰਪਾ ਕਰਕੇ ਸਾਡੇ ਜਨਮ ਤੇ ਮਰਨ ਦੇ ਦੁੱਖਾਂ ਨੂੰ ਕੱਟਣਾ ਕਰੋ। ਸਾਡਾ ਆਪਾ ਭਾਵ ਅੰਦਰ ਮੈਂ ਮੇਰੀ ਜਿਹੜੀ ਮਿਟ ਜਾਏ ਤੇ ਆਪ ਜੀ ਦੇ ਸ਼ਾਂਤ ਸਰੂਪ ਦੇ ਵਿੱਚ ਧਿਆਨ ਸਾਡਾ ਲੱਗ ਜਾਏ, ਜੁੜ ਜਾਏ। ਸੁਭਾਵਿਕ ਹੀ ਸਹਿਜ ਅਵਸਥਾ ਹੀ ਭਾਵ ਆਪ ਜੀ ਦੇ ਸਰੂਪ ਦੇ ਵਿੱਚ ਧਿਆਨ ਜੁੜ ਜਾਵੇ। ਇਸ ਮਨ ਦੀ ਅਵਸਥਾ ਵਿਕਾਰਾਂ ਰੂਪੀ ਰੇਤ 'ਚ ਵਿਖਰੇ ਲੋਹ ਚੂਨ ਦੀ ਨਿਆਈ ਹੈ ਤੇ ਸਤਿਗੁਰਾਂ ਦਾ ਉਪਦੇਸ਼ ਹੀ ਚੁੰਬਕ ਰੂਪ ਹੋ ਕਰਕੇ ਇਹਨੂੰ ਇਕੱਠਾ ਭਾਵ ਇਕਾਗਰ ਕਰਨ ਦੇ ਸਮਰੱਥ ਹੈ। ਖਿੰਡਿਆ ਪਿਆ ਸਭ ਕੁਛ ਇੱਕ ਗੁਰੂ ਦਾ ਦੁਆਰਾ ਜਿਹੜਾ ਨਾ, ਗੁਰੂ ਦਾ ਉਪਦੇਸ਼ ਜਿਹੜਾ ਪ੍ਰੇਮੀਓ, ਇਹ ਚੁੰਬਕ ਹੈ, ਇਕੱਠਾ ਕਰ ਦੇਣਾ ਇਹਨੇ ਸਭ ਕੁਛ। ਆਓ ਜੀ ਰਹਿੰਦੀਆਂ ਵਿਚਾਰਾਂਗੇ ਹੋਈਆਂ ਭੁਲਾਂ ਤੋਂ ਖਿਮਾ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।